ਏਕਮ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਰਿਸ਼ੀ ਸਿੰਘ ਰਾਹੀ। ਝਾਤ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਬੰਦ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ। ਆਸਟ੍ਰੇਲੀਆ ਨੇ ਵੀ ਕੀਤੀ ਕੋਰੋਨਾ ਵੈਕਸੀਨ ਤਿਆਰ। ਦਿੱਲੀ ਸਰਕਾਰ ਕੋਰੋਨਾ ਟੈਸਟਾਂ ਦੀ ਗਿਣਤੀ ਕਰੇਗੀ ਦੁੱਗਣੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 7 ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ। ਸੰਗਰੂਰ 'ਚ ਕੋਰੋਨਾ ਟੈਸਟ ਕਰਨ ਗਈ ਟੀਮ ਤੇ ਲੋਕਾਂ ਨੇ ਵਰਾਏ ਰੋੜੇ। ਹੁਣ ਝਾਤ ਮਾਰਦੇ ਹਾਂ ਪਹਿਲੀ ਖਬਰ ਤੇ। ਕੈਨੇਡਾ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਈ ਮਹੀਨਿਆਂ ਤੋਂ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਲਿਬਰਲ ਸਰਕਾਰ ਨੇ ਦੇਸ਼ ਭਰ 'ਚ ਸਕੂਲਾਂ ਨੂੰ ਸੁਰੱਖਿਅਤ ਢੰਗ ਨਾਲ ਮੁੜ ਖੋਲ੍ਹਣ ਲਈ ਸਾਰੇ ਟੈਰੀਟਰੀਜ਼ ਸੂਬਿਆਂ ਨੂੰ $2 ਬਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਲਿਬਰਲ ਸਰਕਾਰ ਵੱਲੋਂ ਸਕੂਲਾਂ ਵਾਸਤੇ ਫੰਡ 2 ਕਿਸ਼ਤਾਂ 'ਚ ਦਿੱਤਾ ਜਾਵੇਗਾ। ਇਸ ਵਿੱਚੋਂ $1 ਬਿਲੀਅਨ ਫੰਡ ਹੁਣ ਅਤੇ $1 ਬਿਲੀਅਨ ਜਨਵਰੀ ਮਹੀਨੇ 'ਚ ਦਿੱਤੇ ਜਾਣਗੇ। ਸਿਹਤ ਮਾਹਰਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ 'ਚ ਕਲਾਸਾਂ ਦਾ ਆਕਾਰ ਘੱਟ ਕੀਤਾ ਜਾਵੇ ਜਾਂ ਭਾਵ ਇੱਕ ਕਲਾਸ ਵਿੱਚ ਵੱਧ ਤੋਂ ਵੱਧ 15 ਵਿਦਿਆਰਥੀ ਹੋਣ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣ ਦੇ ਨਾਲ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਜਾਵੇਗਾ। ਅੰਟਾਰੀਓ ਦੇ ਸਿੱਖਿਆ ਮੰਤਰੀ ਸਟੀਵ ਲੈਸੇ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਕੂਲ ਬੋਰਡਾਂ ਨੂੰ ਮੁੜ ਸਕੂਲ ਖੋਲ੍ਹਣ ਦੌਰਾਨ PPE ਕਿੱਟ ਸਣੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰਾ ਫੰਡ ਮਿਲਦਾ ਰਹੇ। ਸਟੀਫਨ ਲੈਸੇ ਦਾ ਕਹਿਣਾ ਹੈ ਕਿ ਵੈਂਟੀਲੇਸ਼ਨ ਖੇਤਰ 'ਚ ਸੂਬਾ ਸਰਕਾਰ ਨੇ ਹਾਲ 'ਚ $50 ਬਿਲੀਅਨ ਦੀ ਵਧੀਕ ਮਦਦ ਦੇਣ ਦਾ ਐਲਾਨ ਕੀਤਾ ਸੀ। ਇਸ ਸਰਕਾਰ ਅਧੀਨ ਸਕੂਲਾਂ ਦੇ ਰੱਖ ਰਖਾਅ ਅਤੇ ਨਵੀਨੀਕਰਨ ਲਈ ਸਾਲਾਨਾ ਵੱਡੀ ਰਾਸ਼ੀ ਅਲਾਟ ਕੀਤੀ ਜਾਂਦੀ ਹੈ। ਸਟੀਫਨ ਲੈਸੇ ਦਾ ਕਹਿਣਾ ਹੈ ਕਿ ਸਕੂਲ ਬੋਰਡਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਪੁਰਾਣੀਆਂ ਸਕੂਲੀ ਇਮਾਰਤਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਾਉਣ ਤਾਂ ਜੋ ਬਾਅਦ 'ਚ ਕੋਈ ਦਿੱਕਤ ਨਾ ਆਵੇ। ਸੂਤਰਾਂ ਮੁਤਾਬਕ ਕੁਝ ਸਕੂਲ ਇਸ ਹਫ਼ਤੇ ਖੋਲ੍ਹਣ ਅਤੇ ਕੁਝ ਸਕੂਲਾਂ ਨੂੰ ਅਗਲੇ ਹਫ਼ਤੇ ਖੋਲ੍ਹਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਮੁੱਦੇ ਤੇ ਚੀਨ ਨਾਲ ਭਿੜਨ ਵਾਲੇ ਆਸਟ੍ਰੇਲੀਆ ਨੇ ਹੁਣ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਇੱਕ ਰਿਪੋਰਟ ਦੇ ਅਨੁਸਾਰ ਮਨੁੱਖਾਂ ਉੱਤੇ ਕੀਤੀ ਮੁੱਢਲੀ ਅਜ਼ਮਾਇਸ਼ 'ਚ ਟੀਕੇ ਦਾ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ। ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜਿਸ ਦੀ ਆਬਾਦੀ ਸਿਰਫ 25 ਮਿਲੀਅਨ ਹੈ। ਪਿਛਲੇ ਮਹੀਨੇ ਹੀ ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓਟੈਕ ਕੰਪਨੀ CSL ਨੇ ਬ੍ਰਿਸਬੇਨ ਦੇ 120 ਵਲੰਟੀਅਰਾਂ ਨੂੰ ਵੈਕਸੀਨ ਦੀ ਖੁਰਾਕ ਦੇਣੀ ਸ਼ੁਰੂ ਕੀਤੀ ਸੀ। ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਐਸੋਸੀਏਟ ਪ੍ਰੋਫੈਸਰ ਕੀਥ ਚੈਪਲ ਦਾ ਕਹਿਣਾ ਹੈ ਕਿ ਯੂਰਪ 'ਚ ਵਾਇਰੋ ਕਲੀਨਿਕਲ DDL ਦਾ ਟੀਕਾ ਪ੍ਰੀਖਣ ਜਾਨਵਰਾਂ 'ਤੇ ਕੀਤਾ ਗਿਆ ਸੀ ਅਤੇ ਸਫਲ ਰਿਹਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਬ੍ਰਿਸਬੇਨ ਆਸਟ੍ਰੇਲੀਆ 'ਚ ਮਨੁੱਖੀ ਅਜ਼ਮਾਇਸ਼ਾਂ ਵਿੱਚ ਕੋਈ ਮਨੁੱਖੀ ਮਾੜੇ ਪ੍ਰਭਾਵ ਨਹੀਂ ਦੇਖੇ ਗਏ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਦੇ ਇਨਸਾਨਾਂ ਉੱਤੇ 17 ਟੀਕਿਆਂ ਦੇ ਟ੍ਰਾਇਲ ਸ਼ੁਰੂ ਕੀਤੇ ਗਏ ਨੇ ਅਤੇ ਆਸਟ੍ਰੇਲੀਆ ਉਹਨਾਂ ਵਿੱਚੋਂ ਇੱਕ ਹੈ। ਆਸਟ੍ਰੇਲੀਆ ਦੇ ਅਨੁਸਾਰ ਇਸ ਸਮੇਂ ਦੁਨੀਆ ਭਰ 'ਚ 130 ਟੀਕੇ ਕਾਰਜਸ਼ੀਲ ਨੇ, ਪਰ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਟੀਕਾ ਉਮੀਦਵਾਰ ਨੇ ਪ੍ਰੀ ਕਲੀਨਿਕਲ ਵਿਕਾਸ ਦੇ ਪੜਾਅ 'ਚ ਸਫਲ ਹੋਣ ਲਈ ਗੁਣ ਪ੍ਰਦਰਸ਼ਿਤ ਕੀਤੇ ਨੇ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਬ੍ਰਿਸਟ ਕੰਪਨੀ ਐਕਸਟਰਾਜੈਨੇਕਾ ਨਾਲ ਆਕਸਫੋਰਡ ਯੂਨੀਵਰਸਿਟੀ ਵਿਖੇ ਟੀਕਾ ਪ੍ਰੀਖਣ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਸਨ। ਜੇ ਆਕਸਫੋਰਡ ਟੀਕਾ ਸਫਲ ਹੁੰਦਾ ਹੈ ਤਾਂ ਆਸਟ੍ਰੇਲੀਆ ਸ਼ੁਰੂਆਤੀ ਦਿਨਾਂ 'ਚ ਸਪਲਾਈ ਲੈ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਦੇ ਹਾਲਾਤਾਂ ਨੂੰ ਲੈ ਕੇ ਬੁੱਧਵਾਰ ਨੂੰ ਐਮਰਜੈਂਸੀ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਥੋੜ੍ਹੀ ਵਧੀ ਹੈ, ਹਾਲਾਂਕਿ ਅੰਕੜੇ ਕੰਟਰੋਲ ਵਿੱਚ ਨੇ। ਆਉਣ ਵਾਲੇ ਦਿਨਾਂ 'ਚ ਟੈਸਟਿੰਗ ਦੁੱਗਣੀ ਕੀਤੀ ਜਾਵੇਗੀ। ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਸਥਿਤੀ ਨੂੰ ਜ਼ਿਆਦਾ ਖਰਾਬ ਨਹੀਂ ਹੋਣ ਦੇਵਾਂਗੇ। 17 ਅਗਸਤ ਤੋਂ ਬਾਅਦ ਕੋਰੋਨਾ ਦੇ ਕੇਸ 1200 ਤੋਂ 1400 ਦੇ ਦੁਆਲੇ ਨੇ। ਉਹਨਾਂ ਕਿਹਾ ਕਿ ਰਿਕਵਰੀ ਦਰ ਦਿੱਲੀ 'ਚ 90% ਤੋਂ ਵਧੇਰੇ ਹੈ। ਮੌਤ ਦੇ ਅੰਕੜੇ ਦੇਖੀਏ ਤਾਂ ਦਿੱਲੀ 'ਚ ਕੋਰੋਨਾ ਦਾ ਅੰਕੜਾ ਘਟਿਆ ਹੈ। ਮੌਤਾਂ ਦਾ ਅੰਕੜਾ ਰੋਜ਼ਾਨਾ 20 ਤੋਂ ਘੱਟ ਹੈ, ਜਿਸ ਨੂੰ ਜ਼ੀਰੋ ਕਹਿ ਸਕਦੇ ਹਾਂ। ਕੇਜਰੀਵਾਲ ਦਾ ਕਹਿਣਾ ਹੈ ਕਿ ਹਸਪਤਾਲਾਂ 'ਚ ਬੈੱਡਾਂ ਦੀ ਕਮੀ ਨਹੀਂ ਹੈ, ਮਰੀਜ਼ਾਂ ਦੀ ਗਿਣਤੀ ਹਸਪਤਾਲਾਂ 'ਚ ਨਹੀਂ ਵੱਧ ਰਹੀ। ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਤਿਆਰੀਆਂ ਪੂਰੀਆਂ ਨੇ। 14,130 ਬੈੱਡ ਨੇ, ਉਹਨਾਂ ਤੋਂ 10,500 ਬੈੱਡ ਖਾਲੀ ਪਏ ਨੇ। ਕੇਜਰੀਵਾਲ ਦਾ ਅੱਗੇ ਕਹਿਣਾ ਹੈ ਕਿ ਐਂਬੂਲੈਂਸ ਦੀ ਸਹੂਲਤ 'ਚ ਕੋਈ ਕਮੀ ਨਹੀਂ ਹੈ। ਅਸੀਂ ਅੱਜ ਬੈਠਕ ਕੀਤੀ ਅਤੇ ਨਿਰਦੇਸ਼ ਦਿੱਤੇ ਨੇ ਕਿ ਟੈਸਟ ਦੀ ਗਿਣਤੀ ਦੁੱਗਣੀ ਕਰਨ ਜਾ ਰਹੇ ਹਾਂ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ 40,000 ਟੈਸਟ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਨਿਸ਼ਾਨਬੱਧ ਕਰਕੇ ਆਈਸੋਲੇਟ ਕੀਤੇ ਜਾਣਗੇ। ਲੋਕ ਜਦੋਂ ਹਸਪਤਾਲ 'ਚੋਂ ਠੀਕ ਹੋ ਕੇ ਘਰ ਆ ਰਹੇ ਜਾਂਦੇ ਨੇ ਤਾਂ ਰਿਪੋर्ट ਨੈਗੇਟਿव ਆਉਂਦੀ ਹੈ, ਪਰ ਸਾਹ ਲੈਣ 'ਚ ਤਕਲੀਫ ਹੁੰਦੀ ਹੈ। सबको नमस्कार। लगभग पिछले 1.5 महीने से दिल्ली के अंदर कोरोना की स्थिति पूरी तरह से नियंत्रण में है। कोरोना के केसेस में कमी आ रही है, डेथ में काफ़ी कमी आ रही है, और भी जितने रिकवरी रेट काफ़ी ठीक हो गया है। लेकिन पिछले कुछ दिनों से
कोरोना के केसेस में थोड़ी बढ़ोतरी नज़र आ रही है। हमें स्थिति को ज़्यादा ख़राब नहीं होने देना। जैसे 17 अगस्त के बाद से हम देख रहे हैं कि कोरोना के केसेस 1200, 1300, 1400 इसके आसपास घूम रहे हैं। बीच में हज़ार से भी कम भी हो गए थे, लेकिन अब 1200, 1300, 1400 के करीब घूम रहे हैं। और कल जो है शाम को जो रिपोर्ट जारी की गई, कल शाम को, वो परसों की रिपोर्ट थी, परसों के केसेस की। उसमें 1500 से ज़्यादा केस थे, 1544 केस थे कल वाली रिपोर्ट में। और आज शाम को जो रिपोर्ट जारी की जाएगी, जो कि कल के केसेस हैं, उसमें 1693 केसेस हैं। तो थोड़े से केसेस बढ़े हैं। बाकी सभी पैरामीटर्स ठीक हैं। तो कोरोना की इंटेंसिटी बढ़ रही है ऐसा नहीं नज़र आ रहा। रिकवरी रेट दिल्ली में 90% से ज़्यादा है आज की डेट में। मौत के अगर आंकड़े देखें तो लगातार मौत दिल्ली में, जो कोरोना से मौत हो रही थी, उसमें लगातार कमी आ रही है। और केवल अगर अगस्त के आंकड़े देखें, केवल अगस्त के, तो डेथ रेट दिल्ली में 1.4% पहुंच गया है अगस्त के महीने में, जो कि पूरे देश के अंदर सबसे बेहतरीन है। और डेली बेसिस पे जो मौत हो रही हैं वो भी 20 से कम है, कई दिन तो 10 से भी कम है। उन्हें जीरो भी करना है, उसके लिए भी हम लोग लगे हुए हैं, ये काफ़ी मेहनत कर रहे हैं कि एक भी मौत नहीं होनी चाहिए। लेकिन एक वक्त ऐसा था जब 100 से ज़्यादा मौत हो रही थी, आज 20 से कम है और कई बार 10 से भी कम मौत हो रही हैं। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕੈਪਟਨ ਅਮਰਿੰਦਰ ਸਿੰਘ, ਮਮਤਾ ਬੈਨਰਜੀ, ਉਧਵ ਠਾਕਰੇ ਅਤੇ ਹਿਮੰਤ ਸੋਰੇਨ ਸਮੇਤ 7 ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ ਜੀਐਸਟੀ, ਨਵੀਂ ਸਿੱਖਿਆ ਨੀਤੀ ਤੇ ਨੀਟ ਪ੍ਰੀਖਿਆ ਨੂੰ ਲੈ ਕੇ ਚਰਚਾ ਕੀਤੀ। ਗੈਰ ਭਾਜਪਾ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਜੀਐਸਟੀ ਉੱਤੇ ਰਾਜਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਮੋਦੀ ਸਰਕਾਰ ਵੱਲੋਂ ਰਾਜਾਂ ਦੇ ਲੋਕਾਂ ਨਾਲ ਧੋਖੇ ਤੋਂ ਇਲਾਵਾ ਕੁਝ ਵੀ ਨਹੀਂ। ਦੱਸਦੀ ਹੈ ਕਿ ਜੀਐਸਟੀ ਕਾਨੂੰਨ ਦੇ ਤਹਿਤ ਜੀਐਸਟੀ ਲਾਗੂ ਹੋਣ ਤੋਂ ਬਾਅਦ ਦੇ 5 ਸਾਲ ਤੱਕ ਰਾਜਾਂ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਨੇ ਕਰਨੀ ਹੈ। ਉਹਨਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨਾਲ ਸੰਬੰਧਿਤ ਐਲਾਨ ਸੱਚਮੁੱਚ ਸਾਨੂੰ ਚਿੰਤਤ ਕਰ ਰਹੇ ਨੇ। ਅਸਲ ਵਿੱਚ ਇਹ ਝਟਕਾ ਹੈ ਵਿਦਿਆਰਥੀਆਂ ਤੇ ਪ੍ਰੀਖਿਆਵਾਂ ਦੀਆਂ ਹੋਰ ਮੁਸ਼ਕਲਾਂ ਨੂੰ ਵੀ ਲਾਪਰਵਾਹੀ ਨਾਲ ਨਜਿੱਠਿਆ ਜਾ ਰਿਹਾ ਹੈ। Of the Standing Committee of Finance on the 11th August 2020, the Finance Secretary, Government of India, clearly stated that the central government is not in a position to pay the mandatory GST compensation of 14% for the current year. So this refusal to compensate the state is nothing short of betrayal on the part of the Modi government. Betrayal of state governments and of the people of India. So on the other hand, the central government continues to profiteer from unilateral cesses which are not shareable with states, and they corner this revenue. There are other announcements like the National Education Policy that should really worry us. Because, and it is a setback, it is actually a setback for progressive, secular and scientific values. And it actually displays, it reveals the insensitivity of what the states have been saying. There are other problems of students and examinations. These are also being dealt with uncaringly. ਕਰੋਨਾ ਟੈਸਟਿੰਗ ਲਈ ਗਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਕਰਨ ਦੀਆਂ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਨੇ। ਅੱਜ ਸੰਗਰੂਰ 'ਚ ਕਰੋਨਾ ਟੈਸਟ ਵਾਸਤੇ ਗਈ ਸਿਹਤ ਮਹਿਕਮੇ ਦੀ ਟੀਮ ਦਾ ਵਿਰੋਧ ਕੀਤਾ ਗਿਆ ਤੇ ਪੱਥਰ ਬਰਸਾਏ ਗਏ। ਇਸ ਤੋਂ ਇਲਾਵਾ ਜਲਾਲਾਬਾਦ 'ਚ ਵੀ ਸਿਹਤ ਵਿਭਾਗ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੁੰਦੇ ਦਿਖਾਈ ਦਿੱਤੇ। ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਦੀ ਇੱਕ ਟੀਮ ਕਰੋਨਾ ਟੈਸਟਿੰਗ ਲਈ ਸੰਗਰੂਰ ਦੇ ਦਿੜਬਾ ਦੀ ਇੱਕ ਬਸਤੀ 'ਚ ਗਈ ਸੀ। ਟੀਮ ਨਾਲ ਪੁਲਿਸ ਮੁਲਾਜ਼ਮ ਵੀ ਸਨ, ਪਰ ਬਸਤੀ ਦੇ ਲੋਕ ਡਾਕਟਰਾਂ ਦੀ ਟੀਮ ਨੂੰ ਵੇਖ ਕੇ ਉਹਨਾਂ ਦਾ ਵਿਰੋਧ ਕਰਨ ਲੱਗੇ ਅਤੇ ਕੁਝ ਲੋਕਾਂ ਵੱਲੋਂ ਉਹਨਾਂ ਉੱਤੇ ਇੱਟਾਂ ਰੋੜੇ ਵੀ ਬਰਸਾਏ ਗਏ,
ਜਿਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਹਲਕੀ ਸੱਟ ਵੀ ਲੱਗੀ ਹੈ। ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਬਿਲਕੁਲ ਠੀਕ ਹਾਂ, ਜੇਕਰ ਸਾਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਅਸੀਂ ਖੁਦ ਟੈਸਟ ਕਰ ਲਵਾਂਗੇ। ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਸਪੀਕਰਾਂ ਵਿੱਚ ਬੋਲ ਦਿੱਤਾ ਹੈ ਕਿ ਕੋਈ ਟੈਸਟ ਨਹੀਂ ਕਰਵਾਵੇਗਾ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਟੈਸਟਿੰਗ ਲਈ ਆਏ ਹਨ, ਪਰ ਲੋਕਾਂ ਦੁਆਰਾ ਸਾਥ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਲੋਕਾਂ ਨੂੰ ਟੈਸਟਿੰਗ ਲਈ ਮਨਾਉਣ ਦੀ ਕੋਸ਼ਿਸ਼ ਜਾਰੀ ਹੈ। ਜੇਕਰ ਕੋਈ ਪੋਜ਼ਿਟਿਵ ਪਾਇਆ ਗਿਆ ਤਾਂ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਜਾਵੇਗਾ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਤੁਸੀਂ ਖੁਦ ਹੀ ਦੇਖ ਰਹੇ ਹੋ ਜੀ ਮਾਹੌਲ ਤਾਂ ਵੈਸੇ, ਪਰ ਇਹ ਹੈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਟਿਕਾ ਕੇ ਇਹਨਾਂ ਦੀ ਸੈਂਪਲਿੰਗ ਲਈ ਜਾਵੇ ਤੇ ਸੈਂਪਲ ਲੈਣ ਤੋਂ ਬਾਅਦ ਜੇ ਕੋਈ ਇਹਨਾਂ ਦਾ ਮਰੀਜ਼ ਆਊਗਾ ਤਾਂ ਉਹਨੂੰ ਇੱਥੇ ਹੀ ਘਰ ਦੇ ਵਿੱਚ ਉਹ ਕਰਾਂਗੇ। ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਮਝਾ ਕੇ ਬਜਾ ਕੇ ਇਹਨਾਂ ਦਾ ਸੈਂਪਲਿੰਗ ਲੈ ਲਈ ਜੀ। ਜੇ ਰੋੜੇ ਚਲਾਏ ਗਏ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਊਗੀ ਜੀ। ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਦੀ ਹੋਊਗੀ ਕਰਾਂਗੇ। ਹਾਲ ਦੀ ਘੜੀ ਬਚਤ ਰਹੀ ਹੈ, ਕੋਈ ਫਿਲਹਾਲ ਇਹ ਨਾ ਕਰ ਰਹੇ ਨੇ ਵੀ ਸੈਂਪਲਿੰਗ ਨਹੀਂ ਲੈਣੀ। ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਤੁਸੀਂ ਭਾਈ ਆਪਣੀ ਸੈਂਪਲਿੰਗ ਦਿਓ, ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈਗੀ ਜਿਹੜੇ ਸੈਂਪਲਿੰਗ ਨਾਲ ਤੁਹਾਨੂੰ ਕੋਈ ਦਿੱਕਤ ਆਊ। ਇੱਕ ਇਹ ਜਿਹੜੇ ਕਰੋਨਾ ਵਾਇਰਸ ਵਾਲੇ ਬੰਦੇ ਨੇ ਇਹ ਘਰੇ ਕਿਉਂ ਨਹੀਂ ਮਰਦੇ ਹੈਗੇ, ਮਰਦੇ ਤਾਂ ਹਸਪਤਾਲ 'ਚ ਕਿਉਂ ਮਰਦੇ ਨੇਗੇ, ਇਸ ਗੱਲ ਦਾ ਕੋਈ ਜਵਾਬ ਦੇਣ ਵਾਲਾ ਹੈ? ਇਹ ਜਵਾਬ ਕਿਸੇ ਨੂੰ ਨਹੀਂ ਆਉਂਦਾ ਹੈਗਾ। ਇਸ ਕਰਕੇ ਇਹੀ ਬੇਨਤੀ ਹੈ, ਹੱਥ ਮੰਨ ਕੇ ਸਾਨੂੰ ਗਰੀਬ ਬੰਦੇ ਨੂੰ ਕੋਈ ਪਰੇਸ਼ਾਨ ਨਾ ਕਰੋ, ਕਿਉਂਕਿ ਅਸੀਂ ਤਾਂ ਭੁੱਖ ਨੇ ਪਹਿਲਾਂ ਦੁੱਖ ਨੇ ਪਹਿਲਾਂ ਮਾਰੇ ਪਏ ਨੇ। ਇਸ ਕਾਰਨ ਕਰਕੇ ਆਪ ਜ਼ਿਆਦਾ ਕਿ ਪਬਲਿਕ ਇਹੀ ਘੇਰ ਲੱਗ ਰਹੀ ਹੈ। ਦਿੜਬੇ ਵੱਲੋਂ ਬੋਲਦਾ, ਢੇਹਾ ਬਸਤੀ ਵੱਲੋਂ, ਸੰਗਰੂਰ ਰੋਡ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ। ਢੇਹਾ ਬੱਲੀ ਵੱਲੋਂ ਇਹੀ ਮੈਂ ਕਹਾਂਗਾ ਪਿਛਲੇ ਲੋਕਡਾਊਨ ਵਿੱਚ ਬਹੁਤ ਪਰੇਸ਼ਾਨ ਕੀਤੇ ਨੇ, ਮੰਗ ਕੇ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਖਾਤੇ ਨੇ ਔਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ। ਹੱਥ ਬਣ ਕੇ ਬਸਤੀ ਵੱਲੋਂ ਮੈਂ ਪ੍ਰਧਾਨ ਬੰਦਾ ਇਹੀ ਬੋਲਦਾ, ਸਾਨੂੰ ਨਾ ਪਰੇਸ਼ਾਨ ਕੀਤਾ ਜਾਵੇ। ਸਾਨੂੰ ਜਿਵੇਂ ਅਸੀਂ ਪਹਿਲਾਂ ਫਿਰਦੇ ਸਾਨੂੰ ਉਵੇਂ ਫਿਰਨ ਦੇ, ਠੀਕ ਹੈ। ਸਾਨੂੰ ਆਪਣੀ ਮਜ਼ਦੂਰੀ ਕਰਨ ਦੇ, ਸਾਡੇ ਨਾਲ ਕੋਈ ਧੱਕਾਸ਼ਾਹੀ ਹੋਣੀ ਨਹੀਂ ਚਾਹੀਦੀ। ਜੇ ਸਾਡੇ ਨਾਲ ਧੱਕਾਸ਼ਾਹੀ ਹੋਈ ਤਾਂ ਦਿੜਬੇ ਦੇ ਵਿੱਚ ਸਾਡੇ ਜ਼ਿੰਮੇਵਾਰ ਪੁਲਿਸ ਹੀ ਹੋਊਗੀ, ਜਨਾਬ ਹੀ ਹੋਣਗੇ। ਸਾਡੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਹੈਗਾ। ਬਸ ਜਿਵੇਂ ਹੈਗਾ ਅਸੀਂ ਸੇਫ ਹਾਂ। ਅਸੀਂ ਜੇ ਸਾਨੂੰ ਕੋਈ ਪ੍ਰੋਬਲਮ ਦਿੱਕਤ ਲੱਗੂਗੀ ਤਾਂ ਅਸੀਂ ਆਪਣੇ ਆਪ ਤੁਹਾਨੂੰ ਫੋਨ ਮਾਰ ਕੇ ਆਪਣੇ ਆਪ ਕਹਾਂਗੇ। ਜੇ ਡਾਕਟਰ ਆਉਂਦੇ ਨੇ ਜਾਂ ਕੋਈ ਮੁਲਾਜ਼ਮ ਬੰਦੇ ਤੁਹਾਨੂੰ ਤੰਗ ਕਰਦੇ ਨੇ, ਡਾਂਗ ਫੇਰ ਦੋ ਕੇਰਾ ਦੀ। ਇਹ ਲੋਸਮੈਂਟ ਗੱਡੀ ਉੱਤੇ ਵੀ ਹੋਣ ਲੱਗ ਰਹੀ ਹੈ, ਮਰੂਤੀ ਉੱਤੇ। ਹਾਂਜੀ, ਉਹ ਉੱਥੇ ਉਸ ਏਰੀਏ ਦੇ ਵਿੱਚ 5 ਜਿਹੜੇ ਨੇ ਪੋਜ਼ਿਟਿਵ ਆ ਗਏ ਤੇ ਇਸ ਕਰਕੇ ਉਹ ਮਾਈਕਰੋ ਕੰਟੇਨਮੈਂਟ ਜ਼ੋਨ ਬਣ ਗਿਆ ਤੇ ਉਹਦੇ ਵਿੱਚ ਉਹਨੂੰ ਮਤਲਬ ਕੰਟੇਨ ਕਰਨ ਲਈ ਕਿ ਬਿਮਾਰੀ ਜਿਹੜੀ ਆ ਉਹਨੂੰ ਉਹਦੇ ਵਿੱਚ ਹੀ ਕੰਟੇਨ ਕਰ ਲਿਆ ਜਾਵੇ, ਇਸ ਕਰਕੇ ਉਹ ਮਾਈਕਰੋ ਕੰਟੇਨਮੈਂਟ ਜ਼ੋਨ ਬਣਿਆ ਹੋਇਆ ਹੈ। ਉੱਥੇ ਹਾਊਸ ਟੂ ਹਾਊਸ ਸਰਵੇ ਔਰ ਸਿੰਪਟੋਮੈਟਿਕ ਤੇ ਏਸਿੰਪਟੋਮੈਟਿਕ ਪੇਸ਼ੈਂਟਸ ਦੀ ਸੈਂਪਲਿੰਗ ਦੇ ਲਈ ਟੀਮ ਜਿਹੜੀ ਉਹ ਭੇਜੀ ਗਈ ਸੀ। ਹਾਂ, ਇੱਥੇ ਆਪਣੇ ਦਿੜਬੇ ਦੇ ਵਿੱਚ ਪਹਿਲੀ ਵਾਰੀ ਇੱਕ ਪਾਰਟਿਕੂਲਰ ਏਰੀਆ 'ਚ 5 ਪੋਜ਼ਿਟਿਵ ਆਇਆ, ਫਸਟ ਟਾਈਮ ਮਾਈਕਰੋ ਕੰਟੇਨਮੈਂਟ ਜ਼ੋਨ ਬਣਿਆ। ਹਾਂ, ਉਹ ਮਤਲਬ ਟੈਸਟਿੰਗ ਦੇ ਲਈ ਤਕਰਾਰ ਵੀ ਕਰ ਰਹੇ ਨੇ ਤੇ ਮਤਲਬ ਉਹ ਫਿਜ਼ੀਕਲ ਵੀ ਹੋਏ ਨੇ, ਵੱਟੇ ਵੀ ਮਾਰੇ ਨੇ ਉਹਨਾਂ ਨੇ। ਜਦੋਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਜਾਂਦਾ ਹੈ ਨਾ ਤਾਂ ਫਿਰ ਉਹ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਦੀ ਹੁਕਮਾਂ ਦੇ ਅਨੁਸਾਰ ਉੱਥੇ ਪੁਲਿਸ ਤੇ ਪ੍ਰਸ਼ਾਸਨ ਦੇ ਬੰਦੇ ਵੀ ਸਾਡੇ ਵਾਂਗੂ ਹੀ 24 ਘੰਟੇ ਲਈ ਤੈਨਾਤ ਕੀਤੇ ਹੋਏ ਨੇ ਤੇ ਉਹਨਾਂ ਤੇ ਵੀ ਅਟੈਕ ਹੋਇਆ ਉਹਨਾਂ ਦੇ ਵਰ ਆਲਸੋ ਪ੍ਰੈਜ਼ੈਂਟ ਦੇਅਰ। ਨਹੀਂ ਬਿਲਕੁਲ ਨਹੀਂ, ਸਾਡੀ ਟੀਮ ਜਿਹੜੀ ਹੈਗੀ ਹੈ ਉਹ ਮਤਲਬ ਸੈਂਪਲਿੰਗ ਦੇ ਲਈ ਬਿਲਕੁਲ ਰੈਡੀ ਬੈਠੀ ਹੈ ਤੇ ਜਿਸ ਵੇਲੇ ਵੀ ਮਤਲਬ ਸਾਨੂੰ ਮਤਲਬ ਹੋਏਗਾ ਗੋ ਹੈਡ ਤਾਂ ਉਸੇ ਵੇਲੇ ਅਸੀਂ ਸੈਂਪਲਿੰਗ ਸਟਾਰਟ ਕਰ ਦਾਂਗੇ। ਫਿਲਹਾਲ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮਿਲਦੇ ਹਾਂ ਅਗਲੀ ਵਾਰ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।